ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਮੇਰਾ ਨਾਮ ਹੈ ਸੇਜ ਕਾਲੀਕੇ ਤੇ ਡੈਮੋ ਕਲਾਸ 4 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। He was not watching television. ਠੀਕ ਹੈ। ਸੈਕਿੰਡ ਵਨ, I don't like to read. ਹਾਂ, I don't like to read, ਜਾਂ ਤਾਂ ਤੁਸੀਂ ਇਦਾਂ ਲਿਖ ਸਕਦੇ ਹੋ I don't, ਜਾਂ ਫਿਰ do not like to read। ਠੀਕ ਹੈ। ਉਸ ਤੋਂ ਅੱਗੇ They would not left the room in a hurry. ਓਕੇ, ਇਹਦੇ ਵਿੱਚ ਥੋੜੀ ਜਿਹੀ ਮਿਸਟੇਕ ਹੈ। ਰਵੀਨਾ ਹੈਂਡ ਰੇਜ਼ ਕਰ ਰਹੇ ਨੇ। ਰਵੀਨਾ, ਕੀ ਪ੍ਰੋਬਲਮ ਆ? ਤੁਸੀਂ ਚੈਟ ਵਿੱਚ ਦੱਸ ਦਿਓ ਜਾਂ ਅਨਮਿਊਟ ਕਰ ਲਓ ਆਪਣੇ ਆਪ ਨੂੰ। ਸਰ ਮੈਂ ਇਹ ਸੈਂਟੈਂਸਸ ਤੋਂ ਨਾ ਇੱਕ ਕਨਸੈਪਟ ਮਤਲਬ ਕਲੀਅਰ ਕੀਤਾ ਆਪਣਾ, ਦੇਖੋ ਤਾਂ ਸਹੀ ਲਗਾਇਆ ਕਿ ਨਹੀਂ ਲਗਾਇਆ ਸਹੀ। ਹਾਂਜੀ ਦੱਸੋ ਜੀ। ਜਿਵੇਂ ਸਰ ਜਿਹੜਾ ਆਪਣੇ ਕੋਲ ਪ੍ਰੈਜ਼ੈਂਟ ਦੇ ਵਿੱਚ ਹੋਏਗਾ, ਪ੍ਰੈਜ਼ੈਂਟ ਟੈਂਸ ਦੇ ਵਿੱਚ ਹੋਏਗਾ, ਉਹਦੇ ਵਿੱਚ ਡੂ ਡਸ ਲੱਗੇਗਾ, ਔਰ ਜਿਹੜਾ ਪਾਸਟ ਦੇ ਵਿੱਚ ਹੋਏਗਾ ਉਹਦੇ ਵਿੱਚ ਡਿਡ ਲੱਗੇਗਾ, ਹਨਾ? ਹਾਂਜੀ, ਮੋਸਟਲੀ ਇਦਾਂ ਹੀ ਆ, ਜ਼ਿਆਦਾਤਰ ਇਦਾਂ ਹੀ ਮੋਸਟਲੀ ਆ। ਇਦਾਂ ਹੀ। ਹਾਂਜੀ ਹਾਂਜੀ। ਹੁਣ ਉਹੀ ਚੀਜ਼ ਮੈਂ ਗੋਲਡ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਗੋਲਡ ਦੇਖੋ, ਮੋਸਟਲੀ ਜ਼ਿਆਦਾਤਰ ਜਦੋਂ ਆਪਾਂ ਕਰਦੇ ਆ ਨਾ ਸੈਂਟੈਂਸਸ ਨੂੰ, ਆਪਣੇ ਕੋਲੇ ਕੁਝ ਆਪਸ਼ਨਸ ਹੁੰਦੇ ਨੇ। ਮੈਂ ਥੱਲੇ ਲਿਖ ਕੇ ਤੁਹਾਨੂੰ ਦਿਖਾ ਦਿੰਦਾ। ਜਿਵੇਂ ਆਪਾਂ ਲਿਖ ਸਕਦੇ ਆ ਡੂ ਨਾਟ, ਫਿਰ ਡਸ ਨਾਟ ਹੋ ਸਕਦਾ ਹੈ। ਜੇ ਪਾਸਟ ਟੈਂਸ ਆ ਤਾਂ ਡਿਡ ਨਾਟ। ਹੁਣ ਕਈਆਂ ਦੇ ਵਿੱਚ ਸਿੱਧਾ ਹੀ ਨਾਟ ਲੱਗ ਜਾਂਦਾ ਹੈ, ਕਈਆਂ 'ਚ ਸਿੱਧਾ ਨੋ ਲੱਗ ਜਾਂਦਾ ਹੈ। ਤਾਂ ਵੁੱਡ ਨਾਟ ਆਪਾਂ ਤਾਂ ਹੀ ਲਿਖਾਂਗੇ ਜਿਵੇਂ ਆਪਣਾ ਕੋਈ ਸੈਂਟੈਂਸ ਹੋਵੇ ਦੇ ਵੁੱਡ ਕਮ ਟੂ ਦ ਪਾਰਟੀ, ਠੀਕ ਹੈ। ਦੇ ਵੁੱਡ ਨਾਟ ਕਮ ਟੂ ਦ ਪਾਰਟੀ, ਉੱਥੇ ਸਿੱਧਾ ਨਾਟ ਲੱਗ ਜੂਗਾ, ਠੀਕ ਹੈ। ਵੁੱਡ ਆਲਰੇਡੀ ਲਿਖਿਆ ਹੋਇਆ ਤਾਂ ਹੀ ਉਹਦੇ ਨਾਲ ਨਾਟ ਲਗਾ ਸਕਦੇ ਹਾਂ ਆਪਾਂ। ਆਪਦੇ ਕੋਲੋਂ ਜੇ ਲਗਾਉਣਾ ਹੈਗਾ ਤਾਂ ਮੋਸਟਲੀ ਆਪਣੇ ਇਹਨਾਂ ਤਿੰਨਾਂ ਵਿੱਚੋਂ ਇੱਕ ਕੋਈ ਲੱਗੂਗਾ। ਡੂ ਨਾਟ ਲੱਗੂਗਾ, ਡਸ ਨਾਟ ਲੱਗੂਗਾ, ਜਾਂ ਡਿਡ ਨਾਟ ਲੱਗੂਗਾ। ਹੁਣ ਇਹ ਕਿਹੜਾ ਕਿੱਥੇ ਲੱਗਦਾ ਹੈਗਾ ਇਹ ਮੈਂ ਤੁਹਾਨੂੰ ਦੱਸ ਦਿੰਦਾ। ਜੇ ਪ੍ਰੈਜ਼ੈਂਟ ਟੈਂਸ ਆ ਫਿਰ ਜਾਂ ਤਾਂ ਡੂ ਲੱਗੂਗਾ ਜਾਂ ਡਸ ਲੱਗੂਗਾ। ਸਿੰਗੂਲਰ ਆ ਤਾਂ ਫਿਰ ਡਸ ਲੱਗੂਗਾ, ਜੇ ਪਲੂਰਲ ਆ ਤਾਂ ਡੂ ਲੱਗੂਗਾ। ਇਹ ਸਾਰੀਆਂ ਚੀਜ਼ਾਂ ਆਪਾਂ ਅੱਗੇ ਜਾ ਕੇ ਕਰਾਂਗੇ, ਬਟ ਮੈਂ ਬਰੀਫਲੀ ਤੁਹਾਨੂੰ ਦੱਸ ਰਿਹਾ ਕਿ ਜੇ ਸਿੰਗੂਲਰ ਕੋਈ ਨਾਊਨ ਹੈਗਾ ਏ, ਜਿਵੇਂ ਸ਼ਰਮੀਲਾ ਏ, ਸ਼ਰਮੀਲਾ ਦੇ ਨਾਲ ਹੁਣ ਡਸ ਲੱਗੂਗਾ, ਡੂ ਲੱਗੂਗਾ, ਜਾਂ ਡਿਡ ਲੱਗੂਗਾ? Sir, does लगेगा? ਡਸ ਲੱਗੇਗਾ। ਹਾਂਜੀ, ਸਿੰਗੂਲਰ ਡਸ ਲੱਗੇਗਾ। ਜੇ ਪਲੂਰਲ ਹੁੰਦਾ ਇੱਥੇ ਹੁਣ ਜਾਂ ਤਾਂ ਡੂ ਲੱਗੂਗਾ, ਪਰ ਕਿਉਂਕਿ ਇਹ ਪਾਸਟ ਟੈਂਸ ਵਿੱਚ ਆ ਆਪਾਂ ਇੱਥੇ ਕੀ ਲਗਾਵਾਂਗੇ? ਡਿਡ ਲਗਾਵਾਂਗੇ। ਤਾਂ ਇਹਦਾ ਆਨਸਰ ਕੀ ਹੋਊਗਾ? They didn't left the room in a hurry. ਹਾਂ, ਦੇ ਡਿਡ ਨਾਟ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਆ ਜੋ ਤੁਸੀਂ ਇੱਕ ਹੋਰ ਗਲਤੀ ਕੀਤੀ ਹੈ। ਡਿਡ ਜਦੋਂ ਵੀ ਆਪਾਂ ਵਰਤਦੇ ਆ, ਠੀਕ ਹੈ, ਡਿਡ ਦੇ ਨਾਲ ਕਦੇ ਵੀ ਤੁਸੀਂ ਲੈਫਟ ਨਹੀਂ ਲਾਉਣਾ ਹੈਗਾ, ਪਾਸਟ ਟੈਂਸ ਨਹੀਂ ਲਾਉਣਾ, ਹਮੇਸ਼ਾ ਫਰਸਟ ਫਾਰਮ ਲਾਉਣੀ ਆ, ਪ੍ਰੈਜ਼ੈਂਟ ਹੀ ਲਾਉਣਾ ਹੁੰਦਾ। ਹੁਣ ਉਹਦਾ ਰੀਜ਼ਨ ਕੀ ਹੁੰਦਾ ਇਹ ਮੈਂ ਸਾਰੀ ਚੀਜ਼ ਸਮਝਾਉਣਾ। ਪਹਿਲਾਂ ਆਪਾਂ ਸੈਂਟੈਂਸ ਪੂਰਾ ਕਰ ਲਈਏ। ਦੇ ਡਿਡ ਨਾਟ ਲੀਵ ਦ ਰੂਮ ਇਨ ਏ ਹਰੀ। ਹੁਣ ਡਿਡ ਦੇ ਨਾਲ ਜਿਹੜਾ ਆਪਣਾ ਮੇਨ ਵਰਬ ਹੈਗਾ ਏ, ਫਰਸਟ ਫਾਰਮ ਹੀ ਹਮੇਸ਼ਾ ਲੱਗੂਗੀ। ਹੁਣ ਕਿਉਂ ਲੱਗੂਗੀ ਉਹ ਮੈਂ ਤੁਹਾਨੂੰ ਦੱਸਦਾ। ਦੇਖੋ, ਜਦੋਂ ਵੀ ਆਪਾਂ ਲੀਵ ਤੋਂ ਲੈਫਟ ਕੀਤਾ, ਇੱਥੇ ਆਪਾਂ ਲੈਫਟ ਲਿਖਿਆ ਹੈਗਾ ਨਾ, ਉਹ ਕਿਉਂ ਲਿਖਿਆ ਆਪਾਂ? ਤਾਂ ਕਿ ਆਪਾਂ ਇਹ ਸ਼ੋ ਕਰ ਸਕੀਏ ਕਿ ਅਸੀਂ ਪਾਸਟ ਟੈਂਸ ਵਿੱਚ ਗੱਲ ਕਰ ਰਹੇ ਹਾਂ, ਠੀਕ ਆ। ਹੁਣ ਜਦੋਂ ਇੱਥੇ ਆਪਾਂ ਡਿਡ ਲਗਾ ਦਿੱਤਾ ਤਾਂ ਡਿਡ ਤੋਂ ਹੀ ਪਤਾ ਲੱਗ ਗਿਆ ਕਿ ਆਪਾਂ ਪਾਸਟ ਟੈਂਸ ਵਿੱਚ ਗੱਲ ਕਰ ਰਹੇ ਹਾਂ, ਕਿਉਂਕਿ ਡਿਡ ਆਪਣੇ ਆਪ 'ਚ ਪਾਸਟ ਟੈਂਸ ਵਿੱਚ ਹੁੰਦਾ ਏ। ਤਾਂ ਉਹਦੇ ਨਾਲ ਦੁਬਾਰਾ ਆਪਾਂ ਨੂੰ ਪਾਸਟ ਟੈਂਸ ਲਾਉਣ ਦੀ ਜ਼ਰੂਰਤ ਨਹੀਂ, ਆਪਾਂ ਫਰਸਟ ਫਾਰਮ ਹੀ ਲਿਖ ਸਕਦੇ ਹਾਂ। ਆਈ ਸਮਝ ਕਿ ਨਹੀਂ ਆਈ ਸਮਝ? ਮੈਂ ਦੁਬਾਰਾ ਸਮਝਾ ਦਿੰਦਾ। ਕਲੀਅਰ ਹੈ ਸਰ? ਕਲੀਅਰ ਹੈ ਨਾ ਸਾਰਿਆਂ ਨੂੰ? ਉਹੀ ਆ ਵੀ ਡਿਡ ਦੇ ਨਾਲ ਆਪਣੀ ਹਮੇਸ਼ਾ ਫਰਸਟ ਫਾਰਮ ਲੱਗੂਗੀ। ਕਿਤੇ ਵੀ ਡਿਡ ਲਿਖਿਆ ਹੈਗਾ ਹਮੇਸ਼ਾ ਆਪਾਂ ਲੀਵ ਲਿਖਾਂਗੇ, ਲੈਫਟ ਨਹੀਂ ਲਿਖਾਂਗੇ। ਪਲੇ ਲਿਖਾਂਗੇ, ਪਲੇਡ ਨਹੀਂ ਲਿਖਾਂਗੇ। ਈਟ ਲਿਖਾਂਗੇ, ਏਟ ਨਹੀਂ ਲਿਖਾਂਗੇ। ਤਾਂ ਉਹ ਚੀਜ਼ਾਂ ਹੈ ਕਿ ਆਪਾਂ ਹਮੇਸ਼ਾ ਫਰਸਟ ਫਾਰਮ ਲਾਉਣੀ ਆ। ਕਿਉਂ ਲਾਉਣੀ ਆ ਇਹ ਸਿੱਖਣਾ ਜ਼ਿਆਦਾ ਇੰਪੋਰਟੈਂਟ ਸੀਗਾ, ਉਹ ਮੈਂ ਤੁਹਾਨੂੰ ਦੱਸ ਦਿੱਤਾ। ਕਿਉਂਕਿ ਡਿਡ ਆਪਣੇ ਆਪ ਵਿੱਚ ਪਾਸਟ ਟੈਂਸ ਆ, ਆਪਾਂ ਨੂੰ ਦੁਬਾਰਾ ਲੋੜ ਨਹੀਂ ਹੈਗੀ ਪਾਸਟ ਟੈਂਸ ਲਾਉਣ ਦੀ। ਆ ਗਈ ਕਲੈਰਿਟੀ? ਹੁਣ ਮੈਂ ਜਸਰਾਜ, Yes, sir. ਇਸ ਦਾ ਆਨਸਰ ਦੋ। Sharmila do not takes tea every morning. ਹੁਣ ਦੇਖੋ ਪਹਿਲੀ ਚੀਜ਼, ਹੁਣ ਨਾ ਇਹਦੇ ਸਟੈਪ ਫੋਲੋ ਕਰੋ ਤੁਸੀਂ। ਆਈ ਨਹੀਂ ਹੈਗਾ ਵੀ ਆਪਾਂ ਨੂੰ ਆਨਸਰ ਕੋਈ ਸਹੀ ਲੱਗਿਆ ਆਪਾਂ ਉਹ ਲਿਖਤਾ। ਹੁਣ ਸ਼ਰਮੀਲਾ ਆਪਣਾ ਕੀ ਆ? ਇੱਕੋ ਜਾਣੇ ਦੀ ਗੱਲ ਕਰ ਰਹੇ ਆ, ਇੱਕੋ ਕੁੜੀ ਦੀ ਗੱਲ ਕਰ ਰਹੇ ਆ, ਸਿੰਗੂਲਰ ਆ। ਤਾਂ ਇਹ ਕੀ ਹੋਇਆ ਆਪਣਾ? ਸਿੰਗੂਲਰ। ਹੁਣ ਸਿੰਗੂਲਰ ਵਿੱਚ ਡਸ ਲੱਗੂਗਾ ਜਾਂ ਡੂ ਲੱਗੂਗਾ? ਡਸ। ਡਸ ਲੱਗੂਗਾ। ਵੈਰੀ ਗੁੱਡ।
ਡਸ ਹੋ ਗਿਆ ਤਾਂ ਫਿਰ ਇੱਥੇ ਆਪਾਂ ਕੀ ਲਿਖਾਂਗੇ, ਸ਼ਰਮੀਲਾ ਡਸ ਨਾਟ। ਹੁਣ ਇਸ ਤੋਂ ਬਾਅਦ ਟੇਕਸ ਨਹੀਂ ਲਿਖਣਾ, ਆਪਾਂ ਟੇਕ ਲਿਖਾਂਗੇ। ਹੁਣ ਕਿਉਂ ਲਿਖਾਂਗੇ ਉਹ ਵੀ ਦੱਸ ਦਿੰਨਾ ਮੈਂ ਤੁਹਾਨੂੰ। ਇੱਥੇ ਡਿਡ ਆਲਰੇਡੀ ਪਾਸਟ ਵਿੱਚ ਸੀਗਾ, ਹਾਂ ਕਿਉਂਕਿ ਇੱਥੇ ਡਿਡ ਪਾਸਟ ਵਿੱਚ ਸੀਗਾ ਤਾਂ ਆਪਾਂ ਦੁਬਾਰਾ ਨਹੀਂ ਨਾ ਇਹਨੂੰ ਪਾਸਟ ਵਿੱਚ ਕੀਤਾ। ਹੁਣ ਇੱਥੇ ਡੂ ਦੇ ਨਾਲ ਆਲਰੇਡੀ ਐਸ ਪਿੱਛੇ ਲੱਗ ਗਿਆ, ਈਐਸ ਪਿੱਛੇ ਲੱਗ ਚੁੱਕਿਆ, ਤਾਂ ਆਪਾਂ ਨੂੰ ਦੁਬਾਰਾ ਟੇਕ ਪਿੱਛੇ ਲਾਉਣ ਦੀ ਜ਼ਰੂਰਤ ਹੈ। ਇੱਥੋਂ ਤੱਕ ਕਲੀਅਰ ਹੈ ਨਾ ਸਾਰਿਆਂ ਨੂੰ? ਕਿਉਂਕਿ ਆਹ ਜਿਹੜੀਆਂ ਮਿਸਟੇਕਸ ਨੇ ਨਾ, ਬੜੀਆਂ ਛੋਟੀਆਂ ਛੋਟੀਆਂ ਮਿਸਟੇਕਸ ਨੇ, ਇਹਨਾਂ ਨੂੰ ਸਮਝਿਆ ਜਾਵੇ ਤਾਂ 30 ਸਕਿੰਟ ਲੱਗਦੇ ਆ ਸਾਰੇ ਸਮਝਣ ਉੱਤੇ, ਪਰ ਇੱਕ ਵਾਰੀ ਸਮਝਣਾ ਜ਼ਰੂਰੀ ਹੈ। ਡਿਡ ਦੇ ਨਾਲ ਲੀਵ ਕਿਉਂ ਲਾਇਆ ਆਪਾਂ, ਡਸ ਦੇ ਨਾਲ ਟੇਕ ਕਿਉਂ ਲਾਇਆ, ਤੁਹਾਨੂੰ ਕਲੈਰਿਟੀ ਹੋ ਗਈ ਨਾ ਇਹਨਾਂ ਚੀਜ਼ਾਂ ਦੀ? ਉਸ ਤੋਂ ਬਾਅਦ ਅਗਲਾ ਆਪਣਾ ਸੈਂਟੈਂਸ, ਇਸ ਦਾ ਆਨਸਰ ਦਿਓ। Sir, father will not go to the market to buy vegetable. ਲਾਸਟ ਵਾਲੇ ਦਾ ਵੀ ਆਨਸਰ ਦੇ ਦਿਓ। Sir, इसका मुझे श्योर नहीं है, लेकिन sir the students did well in the examination. ਠੀਕ ਆ, ਹੁਣ ਤੁਸੀਂ ਸਹੀ ਡਾਇਰੈਕਸ਼ਨ ਵਿੱਚ ਜਾ ਰਹੇ ਹੋ, ਪਰ ਥੋੜਾ ਜਿਹਾ ਸੋਚੋ, ਜਿਹੜੀ ਮੈਂ ਚੀਜ਼ ਇੱਥੇ Sir, ਸਮਝਾਈ। yes, sir didn't do. Sir didn't do well. The students did not do well in the examination. आ गया समझ? Yes, sir. ये अपना did हो गया, ये अपना मेन वर्ब हो गया। ਹੁਣ ਮੈਂ ਕਿਸ ਨੂੰ ਟਾਈਮ ਦੇਵਾਂ? ਪਿੰਦਰ, ਹਾਂਜੀ, ਇਸ ਦਾ ਆਨਸਰ। the office was not decorated with streamers and lights. The office was not decorated with streamers and lights. Sir, इसमें decorate नहीं आएगा? रुको रुको, मैं वही बता रहा हूँ। ਇੱਥੇ ਦੇਖੋ, ਜਿੱਥੇ ਆਪਣਾ ਡੂ ਡਸ ਡਿਡ ਹੈਗਾ, ਉੱਥੇ ਹੀ ਆਪਣਾ ਇਹ ਰੂਲ ਐਪਲੀਕੇਬਲ ਆ। ਜਿਹੜਾ ਪਿੱਛੇ ਆਪਾਂ ਐਸ ਨਹੀਂ ਲਗਾਉਂਦੇ ਜਾਂ ਆਪਾਂ ਪਾਸਟ ਟੈਂਸ ਚ ਨਹੀਂ ਲਿਖਦੇ, ਫਰਸਟ ਫਾਰਮ ਲਗਾਉਣੇ ਆ, ਉਹ ਸਾਰੀਆਂ ਚੀਜ਼ਾਂ ਡੂ ਡਸ ਤੇ ਡਿਡ ਇੱਥੇ ਹੀ ਐਪਲੀਕੇਬਲ ਆ। ਜਿੱਥੇ ਆਪਣਾ ਵਾਸ ਲਿਖਿਆ ਆਉਂਦਾ ਹੈਗਾ ਜਾਂ ਹੋਰ ਚੀਜ਼ਾਂ ਵਿਲ ਲਿਖਿਆ ਆਉਂਦਾ ਹੈਗਾ, ਜਿਵੇਂ ਇੱਥੇ ਵਾਸ ਸੀਗਾ, ਆਪਾਂ ਵਾਚਿੰਗ ਨੂੰ ਚੇਂਜ ਤਾਂ ਨਹੀਂ ਕੀਤਾ, ਉਵੇਂ ਰਹਿਣ ਦਿੱਤਾ। ਇੱਥੇ ਵਿਲ ਸੀਗਾ, ਨਾਟ ਗੋ ਉਵੇਂ ਲਿਖ ਦਿੱਤਾ, ਤਾਂ ਇੱਥੇ ਆਪਾਂ ਨੂੰ ਲੋੜ ਨਹੀਂ ਹੈਗੀ ਚੇਂਜ ਕਰਨ ਦੀ, ਸਿਰਫ ਡੂ ਡਸ ਡਿਡ ਦੇ ਨਾਲ ਹੀ ਆਪਾਂ ਨੂੰ ਲੋੜ ਹੈਗੀ ਆ ਚੇਂਜ ਕਰਨ ਦੀ। ਇੱਥੇ ਵਾਸ ਲਿਖਿਆ ਸੀਗਾ, ਠੀਕ ਹੈ, ਸਿੱਧਾ ਡੈਕੋਰੇਟਡ। ਉਸ ਤੋਂ ਬਾਅਦ ਅਗਲੇ ਦਾ ਆਨਸਰ, ਜੌਨ ਐਂਡ ਪੱਖੀ did not perform a song in front of the audience. ਹਾਂ, ਹੁਣ ਇੱਥੇ ਆਪਾਂ ਪਰਫਾਰਮਡ ਦੀ ਜਗ੍ਹਾ ਤੇ ਪਰਫਾਰਮ ਕੀਤਾ ਨਾ, ਉਹ ਕਿਉਂ ਕੀਤਾ ਹੈਗਾ? ਕਿਉਂਕਿ ਡਿਡ ਲੱਗਿਆ ਹੋਇਆ। ਆ ਗਈ ਕਲੈਰਿਟੀ? ਹੁਣ ਅਗਲੇ ਦਾ ਆਨਸਰ, We have not been called for the training on Monday. ਹੁਣ ਇੱਥੇ ਵੀ ਆਪਾਂ ਚੇਂਜ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਡੂ ਡਸ ਡਿਡ ਚੋਂ ਕੁਝ ਵੀ ਨਹੀਂ ਹੈਗਾ, ਹੈਵ ਲਿਖਿਆ ਹੋਇਆ, ਹੈਵ ਬੀਨ ਲਿਖਿਆ ਹੋਇਆ ਸੀ, ਤੇ ਉਹਦੇ ਵਿੱਚ ਆਪਾਂ ਸਿੱਧਾ ਨੋਟ ਪਾ ਦਿੱਤਾ। ਕਲੈਰਿਟੀ ਆ? Yes. ਠੀਕ ਹੈ। ਉਸ ਤੋਂ ਬਾਅਦ ਨਾਜ਼, Yes, sir. She has not many friends in Mumbai. ਇਦਾਂ ਨਹੀਂ ਲਿਖਾਂਗੇ। ਦੇਖੋ, ਆਪਾਂ ਲਿਖਾਂਗੇ she does not have many friends in Mumbai. ਹੁਣ ਤੁਹਾਨੂੰ ਇਹ ਕਨਫਿਊਜ਼ਨ ਕਿਉਂ ਹੋਈ? ਹੁਣ ਇੱਥੇ ਕਈ ਵਾਰੀ ਆਪਾਂ ਹੈਸ ਵੈਸੇ ਯੂਜ਼ ਕਰਦੇ ਆ, ਠੀਕ ਹੈ, ਹੈਲਪਿੰਗ ਵਰਬ ਦੇ ਤੌਰ ਉੱਤੇ। ਇੱਥੇ ਮੇਨ ਵਰਬ ਦੇ ਤੌਰ ਉੱਤੇ ਹੀ ਹੈਸ ਲਿਖਿਆ ਕਿ ਉਹਦੇ ਕੋਲੇ ਬਹੁਤ ਦੋਸਤ ਨੇ ਮੁੰਬਈ ਵਿੱਚ। ਆਪਾਂ ਹੈਸ ਦੀ ਫਰਸਟ ਫਾਰਮ ਵਿੱਚ ਉਹਨੂੰ ਚੇਂਜ ਕਰਾਂਗੇ ਤੇ ਮੂਰੇ ਡਸ ਲਿਖਾਂਗੇ। ਉਹੀ ਚੀਜ਼ ਜਿਹੜੀ ਆਪਾਂ ਇੱਥੇ ਕੀਤੀ ਆ ਪਿਛਲੇ ਵਿੱਚ, ਡਸ ਦੇ ਨਾਲ ਟੇਕ ਲਿਖਿਆ ਸੀ ਨਾ, ਉਹੀ ਚੀਜ਼ ਆਪਾਂ ਇੱਥੇ ਕਰਨੀ ਹੈ ਕਿ ਹੈਸ ਦੀ ਆਪਾਂ ਫਰਸਟ ਫਾਰਮ ਕੀ ਹੁੰਦੀ ਆ? ਹੈਵ। ਤਾਂ ਇੱਥੇ ਆਪਾਂ ਹੈਵ ਲਿਖਿਆ ਹੈ। ਇਹਦੇ ਵਿੱਚ ਡਾਊਟ ਹੋ ਸਕਦੀ ਹੈ ਕਿਸੇ ਨੂੰ? ਮੈਨੂੰ ਦੱਸੋ ਜੇ ਹੈਗੀ ਆ ਤਾਂ। ਸਰ ਕਲੀਅਰ ਹੈ। ਵੈਸੇ ਨਾ ਇਹ ਜਿਹੜੀ ਚੀਜ਼ ਹੈਗੀ ਆ, ਹੈਵ ਦੀਆਂ ਫਾਰਮਸ ਕੀ ਹੁੰਦੀਆਂ ਨੇ, ਇਹ ਸਾਰਾ ਕੁਝ ਆਪਾਂ ਕਰਨਾ ਹੈਗਾ ਅੱਗੇ ਜਾ ਕੇ। ਤਾਂ ਫਿਲਹਾਲ ਮੈਂ ਤੁਹਾਨੂੰ ਬਰੀਫਲੀ ਇਹਦੇ ਨਾਲ ਰਿਲੇਟ ਕਰਕੇ ਦੱਸ ਰਿਹਾ ਹੈਗਾ ਕਿ ਡਸ ਡਿਡ ਜਾਂ ਡੂ ਜਦੋਂ ਹੁੰਦਾ ਏ, ਨਾਲ ਆਪਾਂ ਫਰਸਟ ਫਾਰਮ ਲਿਖਣੀ ਹੁੰਦੀ ਹੈ। ਇੱਥੇ ਲੀਵ, ਟੇਕ, ਆਪਾਂ ਟੇਕਸ ਨਹੀਂ ਪਾਵਾਂਗੇ, ਠੀਕ ਆ। ਉਹੀ ਚੀਜ਼ ਆਪਾਂ ਇੱਥੇ ਕੀਤੀ ਹੈ ਕਿ ਹੈਸ ਲਿਖਿਆ ਹੋਇਆ ਸੀ,
हैज ਦੀ ਆਪਾਂ ਫਰਸਟ ਫਾਰਮ ਹੈਵ ਲਿਖ ਦਿੱਤੀ, ਮੂਰੇ ਆਪਾਂ ਡਸ ਲਗਾ ਦਿੱਤਾ। ਉਸ ਤੋਂ ਬਾਅਦ ਅਗਲੇ ਦਾ ਆਨਸਰ ਨਾਲ Sir, sure knew did done or does. I did not put sugar in my tea. I did not put sugar in my tea। ਦੇਖੋ ਇਹਦੇ ਦੋ ਆਨਸਰ ਹੋ ਸਕਦੇ ਨੇ, ਜੋ ਨਾਜ਼ ਨੇ ਕਿਹਾ ਉਹ ਵੀ ਸਹੀ ਆਨਸਰ ਹੈ, ਇੱਕ ਇਹਦਾ ਆਨਸਰ ਹੋਰ ਹੋ ਸਕਦਾ ਹੈ, ਕਿਉਂਕਿ ਪੁੱਟ ਜਿਹੜਾ ਹੈਗਾ ਉਹ ਪ੍ਰੈਜ਼ੈਂਟ ਟੈਂਸ ਦੀ ਵੀ ਉਹੀ ਫਾਰਮ ਹੈ, ਪਾਸਟ ਟੈਂਸ ਦੀ ਵੀ ਉਹੀ ਫਾਰਮ ਆ। ਆਪਾਂ ਪੁੱਟ ਦਾ ਪੁੱਟਡ ਦਾ ਨਹੀਂ ਕਰ ਦਿੰਦੇ ਹੁੰਦੇ, ਪੁੱਟ ਪੁੱਟ ਹੀ ਰਹਿੰਦਾ ਹੁੰਦਾ ਹੈ। ਤਾਂ ਇਹ ਸੈਂਟੈਂਸ ਪਾਸਟ ਟੈਂਸ ਵਿੱਚ ਵੀ ਹੋ ਸਕਦਾ ਹੁੰਦਾ ਹੈ, ਹੋ ਸਕਦਾ ਸੀਗਾ, ਇਹ ਸੈਂਟੈਂਸ ਪ੍ਰੈਜ਼ੈਂਟ ਵਿੱਚ ਵੀ ਹੋ ਸਕਦਾ ਹੈ, ਬਟ ਜ਼ਿਆਦਾ ਜਿਹੜੇ ਇਹਦੇ ਚਾਂਸਸ ਨੇ ਉਹ ਹੈਗੇ ਆ ਪ੍ਰੈਜ਼ੈਂਟ ਵਿੱਚ ਹੋਣ ਦੇ। ਉਹ ਕਿਉਂ ਹੁੰਦੇ ਆ? ਕਿਉਂਕਿ ਜਦੋਂ ਆਪਾਂ ਇਹ ਦੱਸਣਾ ਹੋਵੇ ਕਿ ਆਪਾਂ ਰੈਗੂਲਰਲੀ ਕੋਈ ਕੰਮ ਕਰਦੇ ਆ ਤਾਂ ਆਪਾਂ ਸਿੰਪਲ ਪ੍ਰੈਜ਼ੈਂਟ ਟੈਂਸ ਦੀ ਵਰਤੋਂ ਕਰਦੇ ਹੁੰਦੇ ਆ। ਜਿਵੇਂ ਮੰਨ ਕੇ ਚੱਲੋ ਦੋ ਚੀਜ਼ਾਂ ਹੋ ਸਕਦੀਆਂ ਨੇ, ਇਹਨੂੰ ਨਾ ਸਿਚੁਏਸ਼ਨ ਦੇ ਹਿਸਾਬ ਨਾਲ ਸਮਝਦੇ ਆ, ਇਹਨੂੰ ਗ੍ਰਾਮਰ ਦੇ ਹਿਸਾਬ ਨਾਲ ਨਹੀਂ ਸਮਝਾਂਗੇ। ਮੰਨ ਕੇ ਚਲੋ ਤੁਸੀਂ ਕਿਸੇ ਤੋਂ ਪੁੱਛਿਆ ਕਿ ਤੁਸੀਂ ਸ਼ਾਮ ਨੂੰ ਚਾਹ ਪੀਤੀ ਸੀਗੀ, ਤੁਸੀਂ ਉਹਦੇ ਵਿੱਚ ਸ਼ੂਗਰ ਪਾਇਆ ਸੀਗਾ ਜਾਂ ਨਹੀਂ ਪਾਇਆ ਸੀਗਾ। ਹੁਣ ਉਹ ਬੰਦਾ ਆਨਸਰ ਕਾਹਦੇ ਚ ਦਊਗਾ? ਪਾਸਟ ਟੈਂਸ ਚ ਦਊਗਾ ਨਾ, ਕਿ ਆਈ ਪੁੱਟ ਸ਼ੂਗਰ ਇਨ ਮਾਈ ਟੀ, ਕਿ ਮੈਂ ਆਪਦੀ ਚਾਹ ਵਿੱਚ ਸ਼ੂਗਰ ਪਾਇਆ ਸੀ। ਇੱਕ ਚੀਜ਼ ਹੈਗੀ ਹੈ ਕਿ ਆਪਾਂ ਬੰਦੇ ਤੋਂ ਪੁੱਛਦੇ ਹਾਂ ਕਿ ਕੀ ਤੁਸੀਂ ਆਪਦੀ ਚਾਹ ਵਿੱਚ ਸ਼ੂਗਰ ਪਾਉਣੇ ਹੋ ਜਾਂ ਨਹੀਂ ਪਾਉਣੇ, ਵੀ ਅਸੀਂ ਤੁਹਾਡੀ ਚਾਹ ਬਣਾਉਣੀ ਹੈ ਜੀ, ਅਸੀਂ ਉਹਦੇ ਵਿੱਚ ਮਿੱਠਾ ਪਾਈਏ ਜਾਂ ਨਾ ਪਾਈਏ। ਇਨ ਦੈਟ ਕੇਸ ਉਹਨਾਂ ਦਾ ਆਨਸਰ ਫੇਰ ਸੇਮ ਹੋਊਗਾ, ਆਈ ਪੁੱਟ ਸ਼ੂਗਰ ਇਨ ਮਾਈ ਟੀ, ਹਾਂ ਕਿ ਮੈਂ ਚਾਹ ਵਿੱਚ ਸ਼ੂਗਰ ਪਾਉਣਾ ਹਾਂ। ਤਾਂ ਇਹਨੂੰ ਆਪਾਂ ਪ੍ਰੈਜ਼ੈਂਟ ਵਿੱਚ ਮੰਨਾਂਗੇ, ਠੀਕ ਹੈ। ਹਾਲਾਂਕਿ ਆਈ ਡਿਡ ਨਾਟ ਪੁੱਟ ਸ਼ੂਗਰ ਇਨ ਮਾਈ ਟੀ ਵੀ ਸਹੀ ਹੈ, ਗ੍ਰਾਮੈਟਿਕਲੀ ਉਹਦੇ ਵਿੱਚ ਕੋਈ ਮਿਸਟੇਕ ਨਹੀਂ ਹੈਗੀ, ਬਿਲਕੁਲ ਸਹੀ ਹੈ। ਪਰ ਜੇ ਸਿਚੁਏਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ, ਜਦੋਂ ਕੋਈ ਆਪਾਂ ਨੂੰ ਕਹੂਗਾ ਕਿ ਆਈ ਪੁੱਟ ਸ਼ੂਗਰ ਇਨ ਮਾਈ ਟੀ, ਤਾਂ ਉਹ ਆਪਾਂ ਨੂੰ ਕੀ ਕਹਿਣਾ ਚਾਹ ਰਿਹਾ? ਕਿ ਮੈਂ ਆਪਣੀ ਚਾਹ ਵਿੱਚ ਮਿੱਠਾ ਪਾਉਂਦਾ ਹਾਂ, ਵੀ ਜਿੰਨੀ ਵਾਰੀ ਵੀ ਚਾਹ ਪੀਣਾ ਉਨੀ ਵਾਰੀ ਮਿੱਠਾ ਪਾਉਣਾ ਹੈ। ਤਾਂ ਇਹ ਸਿੰਪਲ ਪ੍ਰੈਜ਼ੈਂਟ ਟੈਂਸ ਆ। ਤਾਂ ਇੱਥੇ ਆਪਾਂ ਇਹਦਾ ਜ਼ਿਆਦਾ ਸਹੀ ਆਨਸਰ ਕੀ ਹੋਊਗਾ? ਆਈ ਡੂ ਨਾਟ ਪੁੱਟ ਸ਼ੂਗਰ ਇਨ ਮਾਈ ਟੀ। ਜੇ ਤੁਸੀਂ I did not put sugar in my tea ਲਿਖਦੇ ਆ, ਉਹ ਵੀ ਸਹੀ ਆ, ਉਹਦੇ ਵਿੱਚ ਕੋਈ ਗਲਤੀ ਨਹੀਂ ਆ। ਠੀਕ ਹੈ ਜੀ, ਇੱਥੋਂ ਤੱਕ ਕਲੀਅਰ ਆ? ਕਿਸੇ ਨੂੰ ਕੋਈ ਡਾਊਟ ਹੋਵੇ ਤਾਂ? No, sir. ਲਾਸਟ ਦਾ ਆਨਸਰ ਨਾਜ਼। Arun does not like to watch cartoons. ਠੀਕ ਆ, ਬਿਲਕੁਲ ਸਹੀ ਆਨਸਰ ਆ। ਰਵੀਨਾ ਫਰਸਟ ਦਾ ਆਨਸਰ ਦੇ ਹੀ ਦੋ ਉਹਨਾਂ ਟਾਈਮ। ਹਾਂਜੀ ਸਰ। ਸਰ ਇਹਦੇ ਵਿੱਚ ਨਾ ਮੇਰੇ ਕੋ ਹੈਵਿੰਗ ਨਹੀਂ ਯੂਜ਼ ਹੋਇਆ ਹੈਗਾ। ਠੀਕ ਹੈ, ਬਾਕੀ ਦਾ ਦੱਸੋ ਜਿੰਨਾ ਵੀ ਲਿਖਿਆ ਹੈਗਾ ਤੁਸੀਂ। In spite of prepared well, my sister didn't score good marks. ਹੁਣ ਦੇਖੋ, in spite of preparing well ਹੋਣਾ ਸੀਗਾ, ਆਪਾਂ ਜਦੋਂ ਕਹਿਣਾ ਹੁੰਦਾ ਕਿ ਤਿਆਰੀ ਕਰਨ ਦੇ ਬਾਵਜੂਦ ਮੇਰੀ ਸਿਸਟਰ ਦੇ ਵਧੀਆ ਮਾਰਕਸ ਨਹੀਂ ਆਏ। ਤਿਆਰੀ ਲਗਾਤਾਰ ਕੀਤੀ ਜਾਂਦੀ ਹੈ ਨਾ ਕਿਸੇ ਚੀਜ਼ ਦੀ, ਉਹ ਇੱਕ ਪ੍ਰੋਸੈਸ ਹੁੰਦੀ ਆ, ਤਾਂ ਉੱਥੇ ING ਲੱਗਣਾ ਜ਼ਰੂਰੀ ਸੀਗਾ। ਪਰ ਕਿਉਂਕਿ ਆਪਾਂ ਇੱਥੇ ਪ੍ਰਿਪੇਅਰਿੰਗ ਨਹੀਂ ਲਿਖਿਆ, ਪ੍ਰਿਪੇਅਰਡ ਲਿਖਿਆ ਹੈ, ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਆਪਾਂ ਨੂੰ ING ਲਗਾਉਣੀ ਪੈਣੀ ਆ। ਠੀਕ ਹੈ ਨਾ? ਤਾਂ ਉਹਦੇ ਲਈ ਆਪਾਂ ਕੀ ਕਰਾਂਗੇ? ਇਨ ਸਪਾਈਟ ਆਫ ਹੈਵਿੰਗ ਪ੍ਰਿਪੇਅਰਡ ਵੈਲ। ਠੀਕ ਹੈ ਸਰ। ਠੀਕ ਹੈ, ਉਹੀ ਚੀਜ਼ ਆ। ਦੇਖੋ ਸਾਰੀਆਂ ਚੀਜ਼ਾਂ ਨੂੰ ਨਾ, ਐਜੂਕੇਸ਼ਨ ਜਿਹੜੀ ਚੀਜ਼ ਹੈਗੀ ਆ ਉਹਨੂੰ ਉਹ ਲੋਕ ਜਲਦੀ ਸਿੱਖ ਪਾਉਂਦੇ ਆ ਜਿਹੜੀ ਉਹਨੂੰ ਰਿਲੇਟ ਕਰ ਪਾਉਂਦੇ ਨੇ। ਕਈ ਜਾਣੇ ਕਹਿੰਦੇ ਨਾ ਸਰ ਤੋਂ ਪ੍ਰੈਕਟੀਕਲੀ ਚੀਜ਼ਾਂ ਸਿੱਖੀਆਂ ਜਾਂਦੀਆਂ ਨੇ, ਥਿਓਰੈਟੀਕਲੀ ਨਹੀਂ ਸਿੱਖੀਆਂ ਜਾਂਦੀਆਂ। ਪ੍ਰੈਕਟੀਕਲੀ ਕਿਉਂ ਸਿੱਖੀਆਂ ਜਾਂਦੀਆਂ? ਕਿਉਂਕਿ ਉਹ ਥਿਓਰੀ ਨੂੰ ਰਿਲੇਟ ਕਰ ਪਾਉਂਦੇ ਨੇ ਪ੍ਰੈਕਟੀਕਲੀ, ਜਦੋਂ ਐਕਸਪੈਰੀਮੈਂਟ ਕਰਦੇ ਆ ਕਿਸੇ ਚੀਜ਼ ਦੇ ਨਾਲ। ਹੁਣ ਤੁਸੀਂ ਵੀ ਉਹ ਉਦਾਂ ਹੀ ਸਿੱਖਣਾ ਹੈਗਾ। ਦੇਖੋ ਇੱਥੇ ਆਪਾਂ ਕੀ ਕੀਤਾ ਸੀਗਾ, ਡਿਡ ਆਲਰੇਡੀ ਪਾਸਟ ਸੀਗਾ, ਤਾਂ ਆਪਾਂ ਨੂੰ ਦੁਬਾਰਾ ਪਾਸਟ ਲਾਉਣ ਦੀ ਲੋੜ ਨਹੀਂ ਪਈ। ਡਸ ਦੇ ਪਿੱਛੇ ਆਲਰੇਡੀ ਐਸ ਸੀਗੀ, ਆਪਾਂ ਨੂੰ ਇੱਥੇ ਐਸ ਲਾਉਣ ਦੀ ਜ਼ਰੂਰਤ ਨਹੀਂ ਪਈ। ਉਹੀ ਚੀਜ਼ ਕਿਤੇ ਨਾ ਕਿਤੇ ਇੱਥੇ ਆ। ਹੁਣ ਇੱਥੇ ING ਆਉਣਾ ਸੀ, ਪਰ ING ਹੈ ਨਹੀਂਗਾ, ਤਾਂ ਇੱਥੇ ਆਪਾਂ ਨੂੰ ਹੈਵਿੰਗ ਲਿਖਣਾ ਪਿਆ। ਹੁਣ ਮੰਨ ਕੇ ਚੱਲੋ ਜੇ ਹੈਵਿੰਗ ਦੇ ਪਿੱਛੇ ਆਲਰੇਡੀ ING ਹੈਗੀ ਆ, ਜਾਂ ਆਪਾਂ ਇਦਾਂ ਵੀ ਕਹਿ ਸਕਦੇ ਆ ਕਿ ਹੈਵਿੰਗ ਦੇ ਪਿੱਛੇ, ਹੈਵ ਦੇ ਪਿੱਛੇ ਆਲਰੇਡੀ ING ਹੈਗੀ ਆ, ਹੈਵਿੰਗ ਉਹ ਬਣਿਆ ਹੋਇਆ ਆਲਰੇਡੀ, ਤਾਂ ਇਸ ਕਰਕੇ ਆਪਾਂ ਨੂੰ ਇੱਥੇ ING ਲਾਉਣੀ ਨਹੀਂ ਪਈ। ਹੁਣ ਜੇ ਆਪਾਂ ਇੱਥੋਂ ਹਟਾਉਣੇ ਆ ਤਾਂ ਫਿਰ ਆਪਾਂ ਨੂੰ ਇੱਥੇ ਲਾਉਣੀ ਪੈਣੀ ਸੀਗੀ। ਠੀਕ ਆ? ਤਾਂ ਉਹ ਦੋਵੇਂ ਤਰੀਕੇ ਮਤਲਬ ਇੱਕੋ ਹੀ ਆ ਚੀਜ਼ ਦਾ, ਬਟ ਲਿਖਣ ਦੇ ਤਰੀਕੇ ਆਪਣੇ ਜਿਹੜੇ ਹੈਗੇ ਆ ਉਹ ਅਲੱਗ ਹੋ ਗਏ। ਆ ਗਈ ਕਲੈਰਿਟੀ? ਹਾਂਜੀ Yes, ਸਰ। sir. ਠੀਕ ਆ, ਕਿਸੇ ਨੂੰ ਕੋਈ Yes, ਡਾਊਟ sir. ਹੋਵੇ? ਨਹੀਂ ਹੈਗੀ, ਚਲੋ ਠੀਕ ਹੈ। No, sir, no doubt. ਉਸ ਤੋਂ ਬਾਅਦ ਅਗਲੇ ਦਾ ਆਨਸਰ। Bolu. Sorry.
our school band competed competed ਹਾਂਜੀ against the band the band which had won many competitions. which had won। ਹੁਣ ਦੇਖੋ ਇਹਦੇ ਵਿੱਚ ਨਾ ਇੱਕ ਛੋਟੀ ਜੀ ਗਲਤੀ ਹੈ ਜੋ ਪ੍ਰੋਨੰਸੀਏਸ਼ਨ ਦੀ ਮਿਸਟੇਕ ਆ, ਇਹ ਕਾਫੀ ਵਾਰੀ ਸਟੂਡੈਂਟਸ ਕਰਦੇ ਨੇ, ਤਾਂ ਮੈਂ ਤੁਹਾਨੂੰ ਵੀ ਦੱਸ ਰਿਹਾ। ਜਦੋਂ ਆਪਾਂ ਆਹ ਵਰਡ ਬੋਲਦੇ ਆ, ਇਹਨੂੰ ਆਪਾਂ ਵੌਨ ਨਹੀਂ ਬੋਲਣਾ, ਠੀਕ ਹੈ, ਕਦੇ ਵੀ ਇਹਨੂੰ ਆਪਾਂ ਵਨ ਬੋਲਣਾ। ਜਿਵੇਂ ਆਪਾਂ ਵਨ ਬੋਲਦੇ ਆ ਨਾ ONE, ਉਹਨੂੰ ਵੀ ਵਨ ਬੋਲਦੇ ਆ, ਇਹਨੂੰ ਵੀ ਵਨ ਹੀ ਬੋਲਣਾ ਹੈ। ਲਿਖਣ ਦਾ ਤਰੀਕਾ ਅਲੱਗ ਆ, ਪ੍ਰੋਨੰਸੀਏਸ਼ਨ ਸੇਮ। ਠੀਕ ਹੈ ਸਰ। ਠੀਕ ਹੈ, ਉਸ ਤੋਂ ਬਾਅਦ ਇਸ ਦਾ ਆਨਸਰ ਦੱਸੋ ਜੀ। They asked the passengers to leave the bus in the last minute. ਠੀਕ ਹੈ, ਉਸ ਤੋਂ ਬਾਅਦ ਜਸਰਾਜ। Yes, sir. Sir, we watched the cricket match yesterday. We watched the cricket match yesterday. Yesterday. ਠੀਕ ਹੈ, ਲਾਸਟ ਦਾ ਆਨਸਰ। My sister is wearing a pink shirt and a pair of blue jeans. ਸਹੀ ਹੈ। ਹੁਣ ਤੁਸੀਂ ਅੱਗੇ ਪਿੱਛੇ ਵੀ ਲਿਖ ਸਕਦੇ ਸੀਗੇ, ਤਾਂ ਵੀ ਕੋਈ ਦਿੱਕਤ ਨਹੀਂ ਹੈਗੀ। My sister is wearing a pair of blue jeans and a pink shirt, ਇਦਾਂ ਵੀ ਲਿਖ ਸਕਦੇ ਸੀ, ਇਦਾਂ ਵੀ ਲਿਖ ਸਕਦੇ ਆ, ਜਿਵੇਂ ਵੀ ਤੁਸੀਂ ਲਿਖਿਆ ਹੈਗਾ ਸਹੀ ਆ। ਕਿਸੇ ਦੀ ਡਾਊਟ ਤਾਂ ਨਹੀਂ ਹੈਗੀ ਇੱਥੋਂ ਤੱਕ? No, sir. ਠੀਕ ਹੈ, ਇਸ ਦਾ ਆਨਸਰ। Sir, I dined with my parents and at a Chinese restaurant last Saturday. लास्ट सैटरडे, ठीक है। Sir, हाँ जी sir, इसका सर ऐसे हो सकता है कि last Saturday I dined with my parents at a Chinese restaurant. हाँ जी, पर फिर ਤੁਹਾਨੂੰ ਸੈਟਰਡੇ ਤੋਂ ਬਾਅਦ ਜਾਂ ਸੈਟਰਡੇ ਜਿਵੇਂ ਵੀ Comma ਤੁਸੀਂ लगाना. ਲਗਾਉਣਾ ਪੈਣਾ ਹੈ। हाँ जी, Okay, sir. ਗੋਲਡ ਅਗਲੇ ਦਾ ਆਨਸਰ। Madhu and Trisha walk from school every day. Walk home from school every day. ਠੀਕ ਹੈ, ਜੇ ਕਿਸੇ ਦਾ ਕੋਈ ਗਲਤ ਹੋਵੇ ਨਾ, ਜਿਵੇਂ ਮੈਂ ਗੋਲਡ ਤੋਂ ਆਨਸਰਸ ਲੈ ਰਿਹਾ, ਹੋ ਸਕਦਾ ਜਸਰਾਜ ਦਾ, ਰਵੀਨਾ ਦਾ ਜਾਂ ਨਾਸ ਦਾ ਕੋਈ ਆਨਸਰ ਗਲਤ ਹੋਵੇ, ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਕਿ ਸਾਡਾ ਇਹ ਆਨਸਰ ਗਲਤ ਆ, ਤਾਂ ਕਿਉਂ ਗਲਤ ਹੋਇਆ, ਇੱਥੇ ਸਾਡੀ ਗਲਤੀ ਹੋਈ ਆ। ਇਨ ਦੈਟ ਕੇਸ ਅਜਿਹਾ ਕੁਝ ਹੁੰਦਾ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ सर मैंने थोड़ा अलग लिखा था, ये देखना ये गलत है कि नहीं। हो। हाँ जी, Sir, Madhu and Trisha every day walk home from school. नहीं इदां ही लिखांगे जिवें ये लिखिया गया, walk home from school। रोज वो घरे आउंदे ने कित्थों, स्कूल तो, सर ठीक है। एवरीडे स्टार्टिंग तो नहीं लिख सकते? एवरीडे फिर ਕੋਮਾ ਆਊਗਾ, ਉਹੀ ਹੈ ਨਾ ਲਾਸਟ ਠੀਕ ਹੈ। ਸੈਟਰਡੇ। ਜਦੋਂ ਆਪਾਂ ਟਾਈਮਿੰਗ ਨੂੰ ਅੱਗੇ ਲੈ ਜਾਂਦੇ ਆ ਤਾਂ ਫਿਰ ਆਪਾਂ ਨੂੰ ਕੋਮਾ ਲਿਖਣਾ ਪੈਂਦਾ ਹੈ। Okay, sir. ਠੀਕ ਹੈ, Sir, next. ਹਾਂਜੀ। Sir, the man at the check counter told me to drop the check in the box. ਠੀਕ ਹੈ, ਸਹੀ ਹੈ। ਅਗਲੇ ਦਾ ਆਨਸਰ। My favorite pastime is to read a book, sit under of a tree. ਠੀਕ ਹੈ, ਹੌਲੀ ਹੌਲੀ ਕਰਕੇ ਬੋਲੋ, ਠੀਕ ਹੈ। My favorite pastime is to Read a book read a book। ਹਾਂਜੀ, ਅੱਗੇ। under the tree. ਹਾਂ, and sit in the shade। and ਅੱਗੇ ਕੀ ਲਿਖਿਆ? and sit in shade. in shade। ਦੇਖੋ ਇਹਦੇ ਚ ਨਾ ਆਪਣੀ ਗਲਤੀ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਸੀਕੁਐਂਸ ਆਫ ਇਵੈਂਟਸ ਨੂੰ ਦੇਖਣਾ ਹੁੰਦਾ ਹੈ। ਹੁਣ ਸੀਕੁਐਂਸ ਆਫ ਇਵੈਂਟ ਦਾ ਕੀ ਮਤਲਬ ਹੈ? ਜਿਵੇਂ ਮੰਨ ਕੇ ਚੱਲੋ ਤੁਸੀਂ ਸਕੂਲੇ ਜਾਣਾ ਹੈ, ਪਹਿਲਾਂ ਤੁਸੀਂ ਘਰੋਂ ਨਿਕਲੋਗੇ, ਫਿਰ ਆਪਣੀ ਸਕੂਲ ਬੱਸ 'ਚ ਬੈਠੋਗੇ, ਫਿਰ ਉਹ ਬੱਸ ਜਾਊਗੀ, ਫਿਰ ਉੱਥੋਂ ਤੁਸੀਂ ਉਤਰੋਗੇ, ਫਿਰ ਵਾਕ ਕਰੋਗੇ, ਸਕੂਲ ਦੇ ਗੇਟ ਦੇ ਅੰਦਰ ਜਾਓਗੇ, ਫਿਰ ਹੀ ਪਹੁੰਚੋਗੇ। ਇੱਕ ਚੀਜ਼ ਪਹਿਲਾਂ, ਇਹ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਸਕੂਲੇ ਪਹਿਲਾਂ ਪਹੁੰਚ ਗਏ ਤੇ ਤੁਸੀਂ ਘਰੋਂ ਬਾਅਦ 'ਚ ਨਿਕਲੇ, ਪੋਸੀਬਿਲਿਟੀ ਨਹੀਂ ਹੈਗੀ ਨਾ। ਤਾਂ ਸੀਕੁਐਂਸ ਆਫ ਇਵੈਂਟਸ ਦਾ ਮਤਲਬ ਕੀ ਹੁੰਦਾ ਕਿ ਲੌਜੀਕਲੀ ਕਿਹੜੀ ਚੀਜ਼ ਪਹਿਲਾਂ ਹੋਣੀ ਚਾਹੀਦੀ ਆ, ਕਿਹੜੀ ਚੀਜ਼ ਉਸ ਤੋਂ ਬਾਅਦ ਹੋਣੀ ਚਾਹੀਦੀ ਹੈ, ਕਿਹੜੀ ਚੀਜ਼ ਉਸ ਤੋਂ ਬਾਅਦ ਹੋਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ। सर मैंने ये पूछना था सर, इसमें पास्ट टाइम का क्या मतलब है? ਠੀਕ ਹੈ, ਮੈਂ ਦੱਸਦਾ। ਗੋਲਡ ਮਿਊਟ ਕਰਕੇ ਦੇਖੋ ਆਪਣਾ। ਠੀਕ ਹੈ, ਤੁਹਾਡੀ ਸਾਊਂਡ ਆ ਰਹੀ ਸੀ ਕਾਫੀ ਪਿੱਛੋਂ। ਪਾਸ ਟਾਈਮ ਦਾ ਮਤਲਬ ਕੀ ਹੁੰਦਾ? ਆਪਾਂ ਕਹਿੰਦੇ ਨਾ ਤੁਸੀਂ ਟਾਈਮ ਪਾਸ ਕਿਵੇਂ ਕਰਦੇ ਹੋ, ਕਿ ਕਿਵੇਂ ਤੁਹਾਨੂੰ ਆਪਣਾ ਟਾਈਮ ਕਿਵੇਂ ਬਿਤਾਉਣਾ ਪਸੰਦ ਹੈਗਾ। ਉਹ ਟਾਈਮ ਸਪੈਂਡ ਕਰਨਾ ਕਿ ਕੋਈ ਲੈਜਰ ਐਕਟੀਵਿਟੀ ਕਰਦੇ ਵੇਲੇ, ਉਸਨੂੰ ਆਪਾਂ ਪਾਸ ਟਾਈਮ ਕਹਿ ਦਿੰਦੇ ਹਾਂ। ਕਿ ਤੁਸੀਂ ਟਾਈਮ ਪਾਸ ਕਿਵੇਂ ਕਰਦੇ ਹੋ ਜੀ? ਅਸੀਂ ਰੀਡਿੰਗ ਕਰਨੀ ਪਸੰਦ ਕਰਦੇ ਹਾਂ, ਮੂਵੀਜ਼ ਦੇਖਣੀਆਂ ਪਸੰਦ ਕਰਦੇ ਹਾਂ। ਹਰੇਕ ਦਾ ਅਲੱਗ ਹੋ ਸਕਦਾ ਹੈ।
ਤਾਂ ਇੱਥੇ ਉਹਨਾਂ ਦਾ ਕੀ ਕਹਿਣਾ ਹੈ ਕਿ ਬੁੱਕ ਪੜ੍ਹਨਾ ਪਸੰਦ ਹੈਗਾ। ਹੁਣ ਲੌਜੀਕਲੀ ਦੇਖੋ, ਮਾਈ ਫੇਵਰਿਟ ਪਾਸ ਟਾਈਮ ਇਜ਼ ਟੂ, ਪਹਿਲਾਂ ਆਪਾਂ ਟਰੀ ਦੇ ਥੱਲੇ ਬੈਠ ਕੇ ਕਿਤਾਬਾਂ ਪੜ੍ਹਨੀਆਂ ਨੇ, ਠੀਕ ਆ। ਸੋ ਪਹਿਲਾਂ ਆਪਾਂ ਟਰੀ ਦੇ ਥੱਲੇ ਬੈਠਾਂਗੇ, ਫੇਰ ਕਿਤਾਬ ਪੜਾਂਗੇ ਨਾ। ਸੋ ਇਹਦਾ ਆਨਸਰ ਕੀ ਹੋਊਗਾ? ਮਾਈ ਫੇਵਰਿਟ ਪਾਸ ਟਾਈਮ ਇਜ਼ ਟੂ ਸਿਟ ਅੰਡਰ ਦਾ ਟਰੀ, under the shade of a tree and read a book. Last the answer ਵੀ ਨਾ ਸਰ ਨਾਜ਼ ਦੇ ਦਿੰਦੀ ਹੈ ਨਾ। ਹਾਂਜੀ, We had met at a restaurant last Thursday. ਇੱਥੇ ਇਹ ਹੈਡ ਨਹੀਂ ਆਊਗਾ, ਕੱਲਾ ਹੈਡ ਆਊਗਾ, ਇੱਥੇ ਐਡੀਸ਼ਨਲ ਲੱਗਿਆ ਹੋਇਆ ਵਾ, ਠੀਕ ਹੈ, ਸਹੀ ਹੈ ਜੀ। ਉਸ ਤੋਂ ਬਾਅਦ ਆਪਾਂ ਸੈਪਰੇਟ ਦਾ ਸਬਜੈਕਟ ਫਰੋਮ ਦਾ ਪ੍ਰੈਡੀਕੇਟ, ਸਬਜੈਕਟ ਦੇ ਪ੍ਰੈਡੀਕੇਟ ਨੂੰ ਆਪਾਂ ਅਲੱਗ ਕਰਨਾ ਹੁੰਦਾ ਹੈ। ਨਾਜ਼ ਇਹਦਾ ਪਹਿਲੇ ਦਾ ਆਨਸਰ ਦਿਓ। सर इसमें द लायन सब्जेक्ट है और बाकी प्रेडिकेट। ਕੋਈ ਹੋਰ ਆਨਸਰ ਦੇਣਾ ਚਾਹੂਗਾ ਇਹਦਾ, ਕਿਉਂਕਿ ਇਹ ਆਨਸਰ ਗਲਤ ਆ ਥੋੜਾ ਜਿਹਾ। सर मैं दूं? ਨੋਇਸ ਬੜੀ ਹੋ ਰਹੀ ਹੈ ਪਿੱਛੇ। सर मैं दूं आंसर इसका? ਹਾਂਜੀ ਹਾਂਜੀ, ਗੋल्ड ਬੋਲੋ। सर द लायन इन द जंगल सब्जेक्ट वो और लायन सब्जेक्ट वर्ड। ਠੀਕ ਹੈ, ਬੇਸਿਕਲੀ ਆਪਾਂ ਨਾ ਆਪਣੇ ਤੋਂ ਕੀ, ਅਰਜੁਨ ਜੋ ਤੁਹਾਡੇ ਤੋਂ ਗਲਤੀ ਹੋਈ ਹੈ, ਨਾਸ ਤੁਹਾਡੇ ਤੋਂ ਗਲਤੀ ਹੋਈ ਹੈ, ਉਹ ਮੈਂ ਕਲੈਰੀਫਾਈ ਕਰ ਦਿੰਦਾ। ਦ ਲਾਇਨ ਇਨ ਦਾ ਜੰਗਲ ਜਿਹੜਾ ਹੈਗਾ ਉਹ ਆਪਣਾ ਸਬਜੈਕਟ ਹੋਵੇਗਾ, ਕਿਉਂਕਿ ਦੇਖੋ ਲਾਇਨ ਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ, ਇਹ ਆਪਣਾ ਸਬਜੈਕਟ ਵਰਡ ਆ ਜਿਸ ਦੀ ਆਪਾਂ ਮੇਨਲੀ ਗੱਲ ਕਰ ਰਹੇ ਹਾਂ। ਮੈਂ ਤੁਹਾਨੂੰ ਕਿਹਾ ਸੀ ਉਹ ਆਪਣਾ ਹੈਗਾ ਸਬਜੈਕਟ ਵਰਡ। ਕੋਈ ਮੱਖੀ ਆ ਗਈ ਸੀ, ਪਰੇਸ਼ਾਨ ਕਰ ਰਹੀ ਸੀ। ਤੇ ਬਾਕੀ ਜਿਹੜਾ ਉਹ ਲਾਇਨ ਕਿੱਥੋਂ ਦਾ ਹੈਗਾ, ਕਿੱਥੋਂ ਦਾ ਰਹਿਣ ਵਾਲਾ, ਕਿਹੋ ਜਿਹਾ ਹੈਗਾ, ਜੋ ਚੀਜ਼ ਸਬਜੈਕਟ ਵਰਡ ਨੂੰ ਡਿਸਕ੍ਰਾਈਬ ਕਰਦੀ ਆ ਉਹਦਾ ਐਟਰੀਬਿਊਟ ਹੁੰਦਾ ਹੈ। ਹੁਣ ਇਹ ਦੋ ਚੀਜ਼ਾਂ ਵਿੱਚ ਤੁਸੀਂ ਕਨਫਿਊਜ਼ ਹੋ ਰਹੇ ਹੋ। ਕਨਫਿਊਜ਼ ਕਿਉਂ ਹੋ ਰਹੇ ਹੋ? ਕਿ ਤੁਸੀਂ ਸਬਜੈਕਟ ਵਰਡ ਜਿਹੜਾ ਹੁੰਦਾ ਉਹਨੂੰ ਹੀ ਤੁਸੀਂ ਸਬਜੈਕਟ ਮੰਨ ਲੈਂਦੇ ਹੋ, ਜਦ ਕਿ ਇਦਾਂ ਨਹੀਂ ਹੁੰਦਾ। ਸਬਜੈਕਟ ਵਰਡ ਤੇ ਐਟਰੀਬਿਊਟ ਨੂੰ ਮਿਲਾ ਕੇ ਸਬਜੈਕਟ ਬਣਦਾ ਹੈ। ਤਾਂ ਜਦੋਂ ਤੁਹਾਡੇ ਤੋਂ ਸਬਜੈਕਟ ਪੁੱਛਿਆ ਜਾਵੇ, ਤੁਸੀਂ ਸਿਰਫ ਸਬਜੈਕਟ ਵਰਡ ਨਹੀਂ ਦੱਸਣਾ ਹੈਗਾ, ਤੁਸੀਂ ਜਿਹੜਾ ਉਹਦਾ ਐਟਰੀਬਿਊਟ ਹੈਗਾ ਜੋ ਸਬਜੈਕਟ ਵਰਡ ਨੂੰ ਡਿਸਕ੍ਰਾਈਬ ਕਰਦਾ ਹੈ ਉਸ ਨੂੰ ਵੀ ਵਿੱਚ ਇਨਕਲੂਡ ਕਰਨਾ ਹੈ। ਤਾਂ ਇੱਥੇ ਪੂਰਾ ਹੋਊਗਾ ਦ ਲਾਇਨ ਇਨ ਦਾ ਜੰਗਲ। ਕਲੈਰਿਟੀ ਆ ਸਾਰਿਆਂ ਨੂੰ ਇਹ ਚੀਜ਼? यस सर। ਨਹੀਂ ਤਾਂ ਜੇ ਤੁਹਾਨੂੰ ਡਾਊਟ ਹੁੰਦੀ ਹੈ ਨਾ, ਤੁਸੀਂ ਇਹ ਦੇਖ ਲਿਆ ਕਰੋ ਵਰਬ ਕਿੱਥੋਂ ਸਟਾਰਟ ਹੋ ਰਿਹਾ। ਇੱਥੇ ਕੰਮ ਕੀ ਹੋ ਰਿਹਾ ਹੈ? ਫੜਨਾ। ਵਰਬ ਆਪਣਾ ਕੌਟ ਆ, ਇਹਨੂੰ ਮੈਂ ਗ੍ਰੀਨ ਕਰ ਦਿੰਦਾ। ਤਾਂ ਇੱਥੋਂ ਆਪਣਾ ਪ੍ਰੈਡੀਕੇਟ ਸ਼ੁਰੂ ਹੋ ਰਿਹਾ ਹੈ ਵਰਬ ਤੋਂ, ਠੀਕ ਹੈ। ਨਾਰਮਲੀ ਵਰਬ ਉਤੋਂ ਹੀ ਆਪਣਾ ਪ੍ਰੈਡੀਕੇਟ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਸੈਕਿੰਡ ਦਾ ਆਨਸਰ ਨਾਲ सर हरी द लोकल शॉपकीपर। ਇਹ ਆਪਣਾ ਕੀ ਆ? ਸਬਜੈਕਟ ਹੈ। ਹੈਸ ਆਪਣਾ ਕੀ ਆ? ਵਰਬ ਆ। ਤੇ ਆਹ ਆਪਣਾ ਪੂਰਾ ਕੀ ਹੋ ਗਿਆ? ਪ੍ਰੈਡੀਕੇਟ, ਠੀਕ ਹੈ। ਉਸ ਤੋਂ ਬਾਅਦ ਥਰਡ ਦਾ ਆਨਸਰ ਨਾਲ सर द मॉनसून। ਦ ਮੌਨਸੂਨ। ਦ ਮੌਨਸੂਨ ਹੁਣ ਆਪਣਾ ਕੀ ਹੈ? ਸਬਜੈਕਟ ਹੈ। ਇਸ ਆਪਣਾ ਕੀ ਹੈ? ਵਰਬ। वर्ब। ਦ ਬੈਸਟ ਟਾਈਮ ਆਫ ਦਾ ਈਅਰ ਆਪਣਾ ਆਬਜੈਕਟ ਹੋ ਗਿਆ, ਪੂਰਾ ਇਹ ਆਪਣਾ ਪ੍ਰੈਡੀਕੇਟ ਹੋ ਗਿਆ। एक्सक्यूज मी सर। ਹਾਂਜੀ सर जो ये वाली लाइन है द मॉनसून वाली, इसमें सर जो सब्जेक्ट है द मॉनसून इज द बेस्ट नहीं होगा, क्योंकि सर उसमें वो मॉनसून को ही तो डिस्क्राइब कर रहा है। ਦੇਖੋ ਦੇਖੋ, ਦੋ ਚੀਜ਼ਾਂ ਹੁੰਦੀਆਂ ਨੇ। ਵਰਬ ਵੀ ਨਾ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਆਪਾਂ ਨੂੰ ਵਰਬ ਦੱਸਦੇ ਨੇ ਕਿ ਐਕਸ਼ਨ ਕੀ ਲਿਆ ਜਾ ਰਿਹਾ, ਉਹ ਹੁੰਦੇ ਨੇ ਐਕਸ਼ਨ ਵਰਬਸ, ਜਿਵੇਂ ਕੌਟ ਹੋ ਗਿਆ, ਫੜਿਆ ਗਿਆ, ਠੀਕ ਹੈ। ਇੱਕ ਹੁੰਦੇ ਨੇ ਜੋ ਆਪਾਂ ਨੂੰ ਸਟੇਟ ਆਫ ਬੀਇੰਗ ਦੱਸਦੇ ਆ ਕਿ ਕਿਹੜੀ ਚੀਜ਼ ਹੈਗੀ ਹੈ, ਠੀਕ ਹੈ। ਤੇ ਥਰਡਲੀ ਕੀ ਹੁੰਦੇ ਨੇ? ਜੋ ਆਪਾਂ ਨੂੰ ਪੋਜੈਸ਼ਨ ਸ਼ੋ ਕਰਦੇ ਨੇ। ਪੋਜੈਸ਼ਨ ਦਾ ਕੀ ਮਤਲਬ ਹੁੰਦਾ ਇਹ ਵੀ ਦੱਸਦਾ। ਪੋਜੈਸ਼ਨ ਕੀ ਹੁੰਦਾ? ਕਿ ਤੁਹਾਡੇ ਕੋਲੇ ਕਿਹੜੀ ਚੀਜ਼ ਹੈਗੀ ਹੈ। ਹੁਣ ਆ ਜਿਹੜਾ ਸੀ ਇਹ ਸੀਗਾ ਆਪਣਾ ਐਕਸ਼ਨ ਵਰਬ, ਠੀਕ ਹੈ। ਇਹ ਦੱਸ ਰਿਹਾ ਕਿ ਜਿਹੜਾ ਜੰਗਲ ਵਿੱਚ ਲਾਇਨ ਹੈਗਾ ਉਹ ਕੀ ਕਰ ਰਿਹਾ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਹੈਗਾ ਪੋਜੈਸ਼ਨ, ਪੋਜੈਸਿਵ ਵਰਬ ਕਹਿ ਸਕਦੇ ਹਾਂ ਆਪਾਂ। ਇਹਦੇ ਵਿੱਚ ਇਹ ਦਿਖਾ ਰਿਹਾ ਆਪਾਂ ਨੂੰ ਕਿ ਹਰੀ ਜਿਹੜਾ ਲੋਕਲ ਸ਼ਾਪਕੀਪਰ ਹੈਗਾ ਉਹਦੇ ਕੋਲੇ ਕੀ ਹੈ? ਇੱਕ ਨਵੀਂ ਕਾਰ ਹੈ, ਠੀਕ ਹੈ। ਪੋਜੈਸ਼ਨ ਕੀ ਦਿਖਾਉਂਦਾ ਹੁੰਦਾ ਹੈ? ਕਿ ਕਿਸੇ ਕੋਲੇ ਕਿਹੜੀ ਚੀਜ਼ ਹੈਗੀ ਹੈ।
ਹੁਣ द ਮੌਨਸੂਨ ਇਜ਼ ਦ ਬੈਸਟ ਟਾਈਮ ਆਫ ਦ ਈਅਰ। ਦੇਖੋ ਜੇ ਤਾਂ ਮੈਂ ਇਧਰਲੇ ਹਿੱਸੇ ਵਿੱਚ ਲਿਖ ਦਿੰਦਾ ਕੋਈ ਚੀਜ਼, ਜਿਵੇਂ ਦਾ ਅਗਸਤ ਮੌਨਸੂਨ ਹੋ ਗਿਆ, ਉਹ ਐਟਰੀਬਿਊਟ ਹੋਣਾ ਸੀਗਾ। ਅਗਸਤ ਆਪਣਾ ਐਟਰੀਬਿਊਟ ਹੋਣਾ ਸੀ, ਦ ਆਪਣਾ ਐਟਰੀਬਿਊਟ ਹੋਣਾ ਸੀ। ਪਰ ਜਦੋਂ ਇੱਥੇ ਇਸ ਦੀ ਆਪਾਂ ਵਰਤੋਂ ਕਰ ਲਈ, ਇਸ ਆਪਣਾ ਵਰਬ ਹੈ ਨਾ, ਇੱਥੋਂ ਤੱਕ ਕਲੀਅਰ ਆ? ਇਸ ਆਪਣਾ ਵਰਬ ਹੈ। ਹਾਂਜੀ sir, ਹੁਣ ਬਾਕੀ ਦਾ ਜਿਹੜਾ ਉਸ ਤੋਂ ਬਾਅਦ ਪਾਰਟ ਹੋਊਗਾ ਉਹ ਉਹਦਾ ਪ੍ਰੈਡੀਕੇਟ ਦਾ ਹਿੱਸਾ ਹੋ ਜਾਊਗਾ, ਤਾਂ ਉਹਨੂੰ ਆਪਾਂ ਸਬਜੈਕਟ ਦਾ ਹਿੱਸਾ ਨਹੀਂ ਮੰਨ ਸਕਦੇ। ਹੁਣ ਜੇ ਮੈਂ ਆਹੀ ਚੀਜ਼ ਨੂੰ ਇਦਾਂ ਲਿਖਦਾ, ਦ ਲਾਇਨ, ਹੁਣ ਤੁਸੀਂ ਇਹਦੇ ਵਿੱਚ ਸਬਜੈਕਟ ਤੇ ਪ੍ਰੈਡੀਕੇਟ ਕਿਹੜਾ ਮੰਨਣਾ ਸੀਗਾ ਜਸਰਾਜ, ਦੱਸਿਓ। sir subject the lion or predicate is in the jungle। ਹਾਂਜੀ, ਹੁਣ ਗੱਲ ਆਪਾਂ ਉਹੀ ਕਹਿ ਰਹੇ ਹਾਂ ਜਿਹੜੀ ਆਪਾਂ ਇੱਥੇ ਕਹੀ ਸੀਗੀ, yes sir। ਪਰ ਉਹ ਆਪਾਂ ਕਿਹਦੀ ਮਦਦ ਨਾਲ ਕਹਿ ਰਹੇ ਹਾਂ? ਵਰਬ ਦੀ ਮਦਦ ਨਾਲ। ਤਾਂ ਫਿਰ ਜਿਹੜਾ ਆਹ ਡਿਸਕ੍ਰਿਪਸ਼ਨ ਵਾਲਾ ਜੋ ਐਟਰੀਬਿਊਟ ਵਾਲਾ ਆਪਣਾ ਪਾਰਟ ਸੀ, ਉਹ ਕਿੱਥੇ ਚਲਿਆ ਗਿਆ? ਆਬਜੈਕਟ ਵਿੱਚ ਚਲਿਆ ਗਿਆ। ਤੇ ਜੇ ਉਹ ਆਬਜੈਕਟ ਵਿੱਚ ਚਲਿਆ ਗਿਆ ਤਾਂ ਉਹ ਕਾਹਦਾ ਪਾਰਟ ਹੋ ਗਿਆ? ਪ੍ਰੈਡੀਕੇਟ ਦਾ ਪਾਰਟ ਹੋ ਗਿਆ। ਆਈ ਸਮਝ? yes sir। ਆਪਣੀ ਪ੍ਰੈਡੀਕੇਟ ਦੀ। sir ਹਾਂਜੀ सर फिर मतलब ये भी ऐसे भी हो सकता है कि द अगर ऐसे होता द मानसून इसकी जगह कॉमा लगा होता द मानसून द बेस्ट ठीक। टाइम ऑफ द ईयर, तो भी सर वो पूरा सब्जेक्ट होता। देखो उसका भी अभी अभी हम एक एग्जांपल ले लेते हैं, ठीक है। द मॉनसून द बेस्ट टाइम ऑफ द ईयर हैज अराइव्ड। ਹੁਣ ਦੱਸੋ ਇਹਦੇ ਵਿੱਚ ਸਬਜੈਕਟ ਕੀ ਹੋਣਾ ਸੀ ਤੇ ਪ੍ਰੈਡੀਕੇਟ ਕੀ ਹੋਣਾ ਸੀ? सर सब्जेक्ट द मानसून द बेस्ट टाइम ऑफ द ईयर और प्रेडिकेट हैज अराइव्ड। ਹਾਂਜੀ, ਹੁਣ ਇੱਥੇ ਵੀ ਆਪਾਂ ਇਸ ਦੇ ਨਾਲ ਵੀ ਇਸ ਸੈਂਟੈਂਸ ਵਿੱਚ ਵੀ ਸਬਜੈਕਟ ਨੂੰ ਡਿਸਕ੍ਰਾਈਬ ਕਰ ਰਹੇ ਹਾਂ, ਠੀਕ ਹੈ। ਇੱਥੇ ਵੀ ਆਪਾਂ ਸਬਜੈਕਟ ਵਰਡ ਨੂੰ ਡਿਸਕ੍ਰਾਈਬ ਕਰ ਰਹੇ ਹਾਂ, ਬਟ ਡਿਫਰੈਂਸ ਕੀ ਹੈਗਾ? ਇੱਥੇ ਜਿਹੜੀ ਆਪਾਂ ਡਿਸਕ੍ਰਿਪਸ਼ਨ ਕਰ ਰਹੇ ਹਾਂ ਉਹ ਬਿਨਾਂ ਵਰਬ ਦੀ ਮਦਦ ਨਾਲ ਕਰ ਰਹੇ ਹਾਂ, ਇੱਥੇ ਜਿਹੜੀ ਆਪਾਂ ਡਿਸਕ੍ਰਿਪਸ਼ਨ ਕਰ ਰਹੇ ਹਾਂ ਉਹ ਵਰਬ ਦੀ ਮਦਦ ਨਾਲ ਕਰ ਰਹੇ ਹਾਂ। ਤੇ ਜਿਹੜੀ ਆਹ ਵਾਲੀ ਡਿਸਕ੍ਰਿਪਸ਼ਨ ਹੈਗੀ ਆਪਣੀ, ਉਹ ਕਾਦੇ ਵਿੱਚ ਇਨਕਲੂਡਡ ਹੋਊਗੀ? ਫਿਰ ਪ੍ਰੈਡੀਕੇਟ ਵਿੱਚ। ਤੇ ਆਹ ਵਾਲੀ ਜਿਹੜੀ ਡਿਸਕ੍ਰਿਪਸ਼ਨ ਹੋਊਗੀ ਉਹ ਕਾਦੇ ਵਿੱਚ ਇਨਕਲੂਡਡ ਹੋਊਗੀ? ਸਬਜੈਕਟ ਦੇ ਵਿੱਚ। ਠੀਕ ਆ, ਕਲੈਰਿਟੀ ਆ ਇਸ ਚੀਜ਼ ਬਾਰੇ ਹੁਣ? यस सर। ਹਾਂਜੀ, ਨਾਲ ਅਗਲੇ ਦਾ ਆਨਸਰ ਦੇ ਦਿਓ। सर द स्ट्रीट। ਦ ਸਟਰੀਟ, ਇਹ ਆਪਣਾ ਕੀ ਹੈਗਾ? सब्जेक्ट। ਸਬਜੈਕਟ, ਤੇ ਬਾਕੀ ਸਾਰਾ ਆਪਣਾ ਹੈਗਾ ਇਹ ਪ੍ਰੈਡੀਕੇਟ। ਹਾਂ, ਪ੍ਰੈਡੀਕੇਟ ਕਵਾਂਗੇ, ਆਬਜੈਕਟ ਨਹੀਂ ਕਵਾਂਗੇ, ਕਿਉਂਕਿ ਮੈਂ ਸਾਰਾ ਪ੍ਰੈਡੀਕੇਟ ਹੀ ਪੁੱਛਾ ਹੈ, ਤਾਂ ਸਬਜੈਕਟ ਨੂੰ ਛੱਡ ਕੇ ਬਾਕੀ ਦਾ ਸਾਰਾ ਹਿੱਸਾ ਜਿੰਨਾ ਹੁੰਦਾ ਹੈ ਉਹ ਪ੍ਰੈਡੀਕੇਟ ਹੁੰਦਾ ਹੈ, ਤਾਂ ਉਹਨੂੰ ਆਪਾਂ ਆਬਜੈਕਟ ਨਹੀਂ ਕਹਿ ਸਕਦੇ, ਪ੍ਰੈਡੀਕੇਟ ਹੀ ਕਵਾਂਗੇ। ਹਾਂਜੀ ਗੋਲਡ, ਕੀ ਡਾਊਟ ਹੈ? ਸਰ ਪੈਰੇਨੀਅਲ ਮਤਲਬ? ਪੈਰੇਨੀਅਲ ਦਾ ਮਤਲਬ ਹੁੰਦਾ ਜੋ ਪੂਰਾ ਸਾਲ ਚੱਲਦਾ ਰਹਿੰਦਾ, ਕਦੇ ਰੁਕਦਾ ਹੀ ਨਹੀਂ ਹੈਗਾ। ਓਕੇ ਸਰ। ਰਵੀਨਾ? ਹਾਂਜੀ ਸਰ ਜੋ ਤੁਸੀਂ ਉੱਪਰ ਆ ਵਰਬ ਦੀ 3 ਫਾਰਮਸ ਦੱਸੀਆਂ ਨੇ, ਐਕਸ਼ਨ, ਸਟੇਟ ਆਫ ਬੀਇੰਗ ਤੇ ਪੋਜੈਸ਼ਨ, ਉਹਦਾ ਸਰ ਸਟੇਟ ਆਫ ਬੀਇੰਗ ਦਾ ਇੱਕ ਅਦੇ ਐਗਜ਼ਾਮਪਲ ਦਿਓ, ਕਿੱਦਾਂ ਮਤਲਬ? ਠੀਕ ਹੈ, ਉਹਦਾ ਐਗਜ਼ਾਮਪਲਸ ਇੱਕ ਮਿੰਟ ਇੱਥੇ ਇਹਦੇ ਸਾਹਮਣੇ ਹੀ ਦੇ ਦਿੰਦਾ। ਜਿਵੇਂ ਦੇਖੋ, ਸਟੇਟ ਆਫ ਬੀਇੰਗ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਕੀ ਹੈਗੇ ਹੋ ਜਾਂ ਤੁਸੀਂ ਕੀ ਸੀਗੇ, ਠੀਕ ਹੈ। ਜਿਵੇਂ ਮੈਂ ਕਹਾਂ ਆਈ ਐਮ ਏ ਟੀਚਰ, ਇਹ ਕੀ ਆ? ਸਟੇਟ ਆਫ ਬੀਇੰਗ ਆ, ਹਾਲਾਤ ਨੇ ਮੇਰੇ, ਜਾਂ ਮੈਂ ਕੀ ਹੈਗਾ। ਬੇਸਿਕਲੀ ਜਦੋਂ ਸਟੇਟ ਆਫ ਬੀਇੰਗ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਦੱਸਦੇ ਹਾਂ ਕਿ ਆਪਾਂ ਕੀ ਹੈਗੇ ਆ ਜਾਂ ਆਪਣੇ ਕੀ ਹਾਲਾਤ ਨੇ। ਆ ਗਈ ਸਮਝ ਸਾਰਿਆਂ ਨੂੰ? ਇੱਥੋਂ ਤੱਕ ਕਲੀਅਰ ਆ? यस सर। ਠੀਕ ਹੈ, ਉਸ ਤੋਂ ਬਾਅਦ ਇਸ ਦਾ ਆਨਸਰ ਦੇ ਦਿਓ। ਪੈਰੇਨੀਅਲ ਰਿਵਰ ਵਾਲੇ ਦਾ ਕੋਈ ਜਾਣਾ? ਸਰ ਕਹਿਣਾ ਹੈ ਦੇ ਦਿਓ। यमुना है पेरिनियल रिवर। ਚਲੋ ਠੀਕ ਹੈ, ਅਰਜੁਨ ਨੇ ਆਨਸਰ ਦਿੱਤਾ ਆਲਰੇਡੀ, ਤਾਂ ਇਹਦਾ ਆਨਸਰ ਹੈਗਾ ਯਮੁਨਾ, ਇਹ ਪੈਰੇਨੀਅਲ ਰਿਵਰ। ਉਸ ਤੋਂ ਬਾਅਦ ਆਹ ਜਿਹੜਾ ਹੈਗਾ ਇਹ ਆਪਣਾ ਪ੍ਰੈਡੀਕੇਟ ਹੋ ਗਿਆ, ਠੀਕ ਹੈ।